ਹਮਾਸ ਤੇ ਹੁਣ ਕਿਸੇ ਵੀ ਤਰ੍ਹਾਂ ਦਾ ਰਹਿਮ ਨਹੀਂ ਕਰੇਗਾ ਇਜ਼ਰਾਈਲ ਅਤੇ ਆਪਣੇ ਬੰਦਕਾਂ ਨੂੰ ਹਮਾਸ ਤੋਂ ਮੁਕਤ ਕਰਾਉਣ ਲਈ ਪੂਰੀ ਤਾਕਤ ਦਾ ਇਸਤੇਮਾਲ ਕਰੇਗਾ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਗਾਜ਼ਾ ਤੇ ਹਵਾਈ ਹਮਲੇ ਸਿਰਫ ਸ਼ੁਰੂਆਤ ਹਨ। ਇਜ਼ਰਾਈਲ ਉਦੋਂ ਤੱਕ ਅੱਗੇ ਵਧਦਾ ਰਹੇਗਾ ਜਦੋਂ ਤੱਕ ਉਹ ਆਪਣੇ ਸਾਰੇ ਯੁੱਧ ਟੀਚਿਆਂ ਨੂੰ ਪ੍ਰਾਪਤ ਨਹੀਂ ਕਰ ਲੈਂਦਾ। ਇਹਨਾਂ ਟੀਚਿਆਂ ਵਿੱਚ ਹਮਾਸ ਦਾ ਖਾਤਮਾ ਅਤੇ ਸਾਰੇ ਬੰਦਕਾਂ ਦੀ ਰਿਹਾਈ ਸ਼ਾਮਿਲ ਹੈ। ਹਮਾਸ ਵੱਲੋਂ ਬਾਕੀ ਬੰਦਕਾਂ ਨੂੰ ਰਿਹਾ ਨਾ ਕਰਨ ਤੇ ਇਜ਼ਰਾਈਲ ਨੇ ਬੀਤੇ ਦਿਨ ਗਾਜ਼ਾ ਪੱਟੀ ਤੇ ਭਾਰੀ ਬੰਬਾਰੀ ਕੀਤੀ, ਜਿਸ ਵਿੱਚ 400 ਤੋਂ ਵੱਧ ਫਿਲਿਸਤੀਨੀ ਮਾਰੇ ਗਏ ਅਤੇ 560 ਤੋਂ ਵੱਧ ਜ਼ਖਮੀ ਹੋ ਗਏ। ਪਿਛਲੇ ਮਹੀਨੇ ਜਨਵਰੀ 'ਚ ਜੰਗਬੰਦੀ ਲਾਗੂ ਹੋਣ ਤੋਂ ਬਾਅਦ ਗਾਜ਼ਾ ਤੇ ਇਜ਼ਰਾਈਲ ਦਾ ਇਹ ਸਭ ਤੋਂ ਵੱਡਾ ਹਵਾਈ ਹਮਲਾ ਹੈ। ਇਹ ਹਮਲਾ ਰਮਜ਼ਾਨ ਦੌਰਾਨ ਉਸ ਸਮੇਂ ਕੀਤਾ ਗਿਆ ਜਦੋਂ ਲੋਕ ਸਵੇਰੇ ਸਹਿਰੀ ਦੀ ਤਿਆਰੀ ਕਰ ਰਹੇ ਸਨ। ਇਸ ਹਮਲੇ ਵਿੱਚ ਹਮਾਸ 'ਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਵਾਲਾ ਅੱਤਵਾਦੀ ਇਸਾਮ ਦਿਆਬ ਅਬਦੁੱਲਾ ਅਲ-ਦਾਲਿਸ ਵੀ ਮਾਰਿਆ ਗਿਆ ਹੈ। ਉਸਨੇ ਗਾਜ਼ਾ ਪੱਟੀ ਵਿੱਚ ਹਮਾਸ ਦਾ ਪੂਰਾ ਸ਼ਾਸਨ ਸੰਭਾਲਿਆ ਹੋਇਆ ਸੀ। ਹਾਲਾਂਕਿ ਹਮਲਿਆਂ ਨੇ ਜੰਗਬੰਦੀ ਨੂੰ ਪੂਰੀ ਤਰ੍ਹਾਂ ਤੋੜਨ ਦੀ ਧਮਕੀ ਦਿੱਤੀ ਹੈ। ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਉਹ ਹਮਾਸ ਦੇ ਕੰਟਰੋਲ ਤੋਂ ਬੰਦਕਾਂ ਨੂੰ ਛੁਡਾਉਣ ਲਈ ਹੋਰ ਤਾਕਤ ਦੀ ਵਰਤੋਂ ਕਰਨਗੇ। ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਅੱਗੇ ਕਿਹਾ ਕਿ ਗਾਜ਼ਾ ਤੇ ਹਵਾਈ ਹਮਲੇ ਸਿਰਫ ਸ਼ੁਰੂਆਤ ਹਨ। ਉਹਨਾਂ ਨੇ ਬਿਆਨ ਵਿੱਚ ਕਿਹਾ ਕਿ ਇਜ਼ਰਾਈਲ ਉਦੋਂ ਤੱਕ ਅੱਗੇ ਵਧਦਾ ਰਹੇਗਾ ਜਦੋਂ ਤੱਕ ਆਪਣੇ ਸਾਰੇ ਟੀਚਿਆਂ ਨੂੰ ਪ੍ਰਾਪਤ ਨਹੀਂ ਕਰ ਲੈਂਦਾ। ਇਜ਼ਰਾਈਲ ਨੂੰ ਇਹਨਾਂ ਟੀਚਿਆਂ ਨੂੰ ਪ੍ਰਾਪਤ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਨੇਤਨਯਾਹੂ ਨੇ ਕਿਹਾ ਕਿ ਪਿਛਲੀਆਂ ਰਿਲੀਜ਼ਾਂ ਸਾਬਿਤ ਕਰਦੀਆਂ ਨੇ ਕਿ ਬੰਦਕਾਂ ਦੀ ਰਿਹਾਈ ਲਈ ਫੌਜੀ ਦਬਾਅ ਬਹੁਤ ਜ਼ਰੂਰੀ ਹੈ, ਜਦਕਿ ਹਮਾਸ ਨੇ ਇਜ਼ਰਾਈਲ ਤੇ ਜੰਗਬੰਦੀ ਦੀ ਉਲੰਘਣਾ ਕਰਨ ਤੇ ਸਥਾਈ ਸ਼ਾਂਤੀ ਦੀ ਦਲਾਲੀ ਦੀਆਂ ਕੋਸ਼ਿਸ਼ਾਂ ਨੂੰ ਖਤਰੇ ਵਿੱਚ ਪਾਉਣ ਦਾ ਦੋਸ਼ ਲਗਾਇਆ ਹੈ। ਜਨਵਰੀ ਦੀ ਜੰਗਬੰਦੀ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਵਿਚੋਲਿਆਂ ਵਿੱਚੋਂ ਇੱਕ ਮਿਸਰ ਨੇ ਸੰਯਮ ਦੀ ਅਪੀਲ ਕੀਤੀ ਹੈ ਅਤੇ ਸਾਰੀਆਂ ਧਿਰਾਂ ਨੂੰ ਇੱਕ ਸਥਾਈ ਸਮਝੌਤੇ ਵੱਲ ਕੰਮ ਕਰਨ ਦੀ ਅਪੀਲ ਕੀਤੀ ਹੈ। ਦੱਸ ਦਈਏ ਕਿ ਬੀਤੇ ਦਿਨ ਸਵੇਰੇ ਹਵਾਈ ਹਮਲਿਆਂ ਨੇ ਪੂਰੇ ਗਾਜ਼ਾ ਨੂੰ ਨਿਸ਼ਾਨਾ ਬਣਾਇਆ ਹੈ। ਉਹਨਾਂ ਨੇ ਉੱਤਰ ਤੋਂ ਡੈਕਸਿਟ ਤੱਕ ਘਰਾਂ ਤੇ ਕੈਂਪਾਂ ਤੇ ਹਮਲਾ ਕੀਤਾ, ਜਦੋਂ ਕਿ ਇਜ਼ਰਾਈਲੀ ਟੈਂਕਾਂ ਨੇ ਸਰਹੱਦ ਦੇ ਪਾਰ ਪੂਰਬ ਅਤੇ ਦੱਖਣ ਵੱਲ ਗੋਲੀਬਾਰੀ ਕੀਤੀ। ਇਜ਼ਰਾਈਲੀ ਫੌਜ ਦਾ ਕਹਿਣਾ ਹੈ ਕਿ ਉਸਨੇ ਦਰਜਨਾਂ ਟਿਕਾਣਿਆਂ ਤੇ ਹਮਲਾ ਕੀਤਾ ਹੈ। ਜਦੋਂ ਤੱਕ ਲੋੜ ਹੋਵੇਗੀ ਹਮਲੇ ਜਾਰੀ ਰਹਿਣਗੇ। ਫੌਜ ਨੇ ਲੋਕਾਂ ਨੂੰ ਪੂਰਬੀ ਗਾਜ਼ਾ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਨੇ। ਇਸ ਕਾਰਨ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਜ਼ਰਾਈਲੀ ਫੌਜ ਗਾਜ਼ਾ ਵਿੱਚ ਮੁੜ ਜ਼ਮੀਨੀ ਕਾਰਵਾਈ ਸ਼ੁਰੂ ਕਰ ਸਕਦੀ ਹੈ। ਦੂਜੇ ਪਾਸੇ ਗਾਜ਼ਾ ਦੇ ਹਸਪਤਾਲਾਂ ਵਿੱਚ ਲਾਸ਼ਾਂ ਦੇ ਢੇਰ ਲੱਗੇ ਹੋਏ ਨੇ। ਗਾਜ਼ਾ ਵਿੱਚ ਹਮਾਸ ਦੁਆਰਾ ਚਲਾਏ ਜਾ ਰਹੇ ਸਿਹਤ ਮੰਤਰਾਲੇ ਨੇ ਕਿਹਾ ਕਿ 404 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 560 ਲੋਕ ਜ਼ਖਮੀ ਨੇ। ਇਜ਼ਰਾਈਲ ਨੇ ਪਿਛਲੇ 2 ਹਫ਼ਤਿਆਂ ਤੋਂ ਗਾਜ਼ਾ ਨੂੰ ਸਹਾਇਤਾ ਸਪਲਾਈ ਰੋਕ ਦਿੱਤੀ ਹੈ। ਇਸ ਨਾਲ ਮਨੁੱਖੀ ਸੰਕਟ ਹੋਰ ਡੂੰਘਾ ਹੋ ਗਿਆ। ਉੱਥੇ ਹੀ ਗਾਜ਼ਾ ਦੇ ਲੋਕ ਇੱਕ ਵਾਰ ਫਿਰ ਇਜ਼ਰਾਈਲੀ ਹਮਲਿਆਂ ਤੋਂ ਕਾਰਨ ਦਹਿਸ਼ਤ ਵਿੱਚ ਨੇ। ਦੱਸ ਦਈਏ ਕਿ 7 ਅਕਤੂਬਰ 2023 ਨੂੰ ਹਮਾਸ ਨੇ ਇਜ਼ਰਾਈਲ ਤੇ ਹਮਲਾ ਕੀਤਾ ਸੀ, ਜਿਸ ਵਿੱਚ ਲਗਭਗ 1200 ਲੋਕ ਮਾਰੇ ਗਏ ਸਨ। 251 ਲੋਕਾਂ ਨੂੰ ਬੰਦਕ ਬਣਾਇਆ ਗਿਆ ਸੀ। ਇਸ ਤੋਂ ਬਾਅਦ ਇਜ਼ਰਾਈਲ ਨੇ ਹਮਾਸ ਨੂੰ ਖਤਮ ਕਰਨ ਲਈ ਗਾਜ਼ਾ 'ਚ ਫੌਜੀ ਕਾਰਵਾਈ ਸ਼ੁਰੂ ਕੀਤੀ ਸੀ। 15 ਮਹੀਨਿਆਂ ਤੱਕ ਜਾਰੀ ਇਸ ਮੁਹਿੰਮ ਵਿੱਚ ਗਾਜ਼ਾ ਵਿੱਚ 48,000 ਤੋਂ ਵੱਧ ਫਿਲਿਸਤੀਨੀ ਮਾਰੇ ਗਏ ਸਨ। ਪਿਛਲੀ ਜਨਵਰੀ ਵਿੱਚ ਇਜ਼ਰਾਈਲ ਅਤੇ ਹਮਾਸ ਵਿਚਕਾਰ 6 ਹਫ਼ਤਿਆਂ ਦੀ ਜੰਗਬੰਦੀ ਅਤੇ ਬੰਦਕਾਂ ਦੀ ਰਿਹਾਈ ਲਈ ਇੱਕ ਸਮਝੌਤਾ ਹੋਇਆ ਸੀ। ਹਮਾਸ ਕੋਲ ਅਜੇ ਵੀ 59 ਬੰਦਕ ਹਨ। ਦੱਸਣਯੋਗ ਹੈ ਕਿ ਵਾਸ਼ਿੰਗਟਨ ਵਿੱਚ ਵਾਈਟ ਹਾਊਸ ਦੇ ਬੁਲਾਰੇ ਬ੍ਰਾਇਨ ਹਿਊਜ਼ ਨੇ ਦੱਸਿਆ ਹੈ ਕਿ ਇਜ਼ਰਾਈਲ ਨੇ ਹਮਲਿਆਂ ਤੋਂ ਪਹਿਲਾਂ ਟਰੰਪ ਪ੍ਰਸ਼ਾਸਨ ਨਾਲ ਸਲਾਹ ਕੀਤੀ ਸੀ। ਉਹਨਾਂ ਨੇ ਕਿਹਾ ਕਿ ਹਮਾਸ ਜੰਗਬੰਦੀ ਨੂੰ ਅੱਗੇ ਵਧਾਉਣ ਲਈ ਬੰਦਕਾਂ ਨੂੰ ਰਿਹਾ ਕਰ ਸਕਦਾ ਸੀ, ਪਰ ਉਸਨੇ ਇਨਕਾਰ ਕਰ ਦਿੱਤਾ ਅਤੇ ਯੁੱਧ ਦਾ ਰਾਹ ਚੁਣਿਆ। ਜਦਕਿ ਰੂਸ ਦੇ ਰਾਸ਼ਟਰਪਤੀ ਮਹਿਲ ਕ੍ਰੈਮਲਿਨ ਨੇ ਕਿਹਾ ਕਿ ਉਹ ਇਜ਼ਰਾਈਲੀ ਹਮਲਿਆਂ ਦੇ ਕਾਰਨ ਗਾਜ਼ਾ 'ਚ ਵੱਡੀ ਗਿਣਤੀ 'ਚ ਹਲਾਕ ਹੋਣ ਦੀਆਂ ਖਬਰਾਂ ਤੋਂ ਕਾਫੀ ਚਿੰਤਤ ਹਨ।